ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਲਈ ਮੈਂ ਸ਼ਿਮਲਾ ਦੇ ਵਿੱਚ ਗਿਆ, ਜਿੱਥੇ ਆਪਾਂ ਤੁਸੀਂ ਸਾਰਿਆਂ ਨੇ ਦੇਖਿਆ ਮੀਡੀਆ ਦੇ ਵਿੱਚ ਕਿ ਸਾਨੂੰ ਉੱਥੇ ਸਿਰਫ ਸ਼ਾਂਤਮਈ ਢੰਗ ਨਾਲ ਸੀ ਆਪਣੇ ਬੋਰਡ ਲੈ ਕੇ ਖੜਨਾ ਸੀ ਤੇ ਸਾਨੂੰ ਨਹੀਂ ਖੜਨ ਦਿੱਤਾ ਗਿਆ। ਪਹਿਲੀ ਵਾਰੀ ਹਾਈਲਾਈਟ ਉਦੋਂ ਹੁੰਦੇ ਨੇ ਜਦੋਂ ਜੇ ਕਹੀਏ ਕਿ ਹਿਮਾਚਲ ਦੇ ਵਿੱਚ ਰੌਲਾ ਪੈ ਜਾਂਦਾ, ਉਹਨਾਂ ਨੂੰ ਚੱਕ ਕੇ ਲੈ ਜਾਂਦੀ ਆ ਪੁਲਿਸ। ਦੇਖੋ, ਮੈਂ ਬੇਸਿਕਲੀ ਤਾਂ ਕਿਸਾਨ ਹੈ, ਪਰ ਜਦੋਂ ਅਸੀਂ ਕਿਸਾਨ ਇੱਥੋਂ ਪੰਜਾਬ ਤੋਂ ਤੁਰੇ ਤੇ ਦਿੱਲੀ ਦੇ ਵਿੱਚ ਜਾ ਕੇ ਡੇਰੇ ਲਾ ਲਏ, ਉਸ ਸਮੇਂ ਸਾਨੂੰ ਨਹੀਂ ਸੀ ਪਤਾ ਅੱਗੇ ਸਾਡੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਅਸੀਂ ਮੱਥਾ ਲਾਇਆ ਹੋਇਆ ਸੀ ਮੋਦੀ ਸਰਕਾਰ ਨਾਲ। ਮੋਦੀ ਸਰਕਾਰ ਇੱਕ ਇਹੋ ਜਿਹੀ ਸਰਕਾਰ ਹੈ ਜਿਹੜੀ ਆਪਦੇ ਫੈਸਲਿਆਂ ਨੂੰ ਲੈ ਕੇ ਇਹ ਚਰਚਾ 'ਚ ਰਹੀ ਹੈ ਕਿ ਉਹਨਾਂ ਨੇ ਜੋ ਵੀ ਫੈਸਲਾ ਅੱਜ ਤੱਕ ਕੀਤਾ ਉਹਨਾਂ ਨੇ ਵਾਪਸ ਨਹੀਂ ਲਿਆ। ਨੈਸ਼ਨਲ ਮੀਡੀਆ ਦੁਆਰਾ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇੱਥੇ ਜਿਹੜੇ ਪੰਜਾਬੀ ਆਏ ਨੇ ਜਾਂ ਪੰਜਾਬ ਤੋਂ ਕਿਸਾਨ ਆਏ ਨੇ ਉਹ ਖਾਲਿਸਤਾਨ ਦੀ ਮੰਗ ਕਰਦੇ ਨੇ ਜਾਂ ਉਹਨਾਂ ਦੇ ਕੋਈ ਆਪਦੇ ਮੁੱਦੇ ਨੇ ਕਿ ਉਹ ਇੱਕ ਸਮੁੱਚੇ ਜਿਹੜੇ ਦੇਸ਼ ਦੇ ਕਿਸਾਨ ਦੀ ਗੱਲ ਨਹੀਂ ਕਰਨ ਲਈ। ਸਾਡੇ ਦੇਸ਼ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ 65-70% ਕਿਸਾਨ ਹੈ ਜਿਹੜਾ ਕਿ ਬਹੁਤ ਬੁਰੇ ਹਾਲਾਤ ਦੇ ਵਿੱਚ ਹੈ ਤੇ ਉਹਨੂੰ ਜਿਹੜਾ ਹੈਗਾ ਇਸ ਹਾਲਾਤ ਦੇ ਵਿੱਚੋਂ ਕੱਢਣਾ ਅਤੀ ਜ਼ਰੂਰੀ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿੰਨੇ ਵੀ ਬਿਜ਼ਨਸਮੈਨ ਹੈ ਉਹਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਜਾਂਦੇ ਆ, ਪਰ ਕਿਸਾਨ ਦੇ ਉੱਤੇ ਬਹੁਤ ਛੋਟਾ ਕਰਜ਼ਾ ਹੈ ਉਹ ਮਾਫ ਨਹੀਂ ਕੀਤਾ ਜਾ ਰਿਹਾ। ਪਰ ਅੱਜ ਜਿਹੜਾ ਕਿਤੇ ਨਾ ਕਿਤੇ ਸਾਡੇ ਕਿਸਾਨ ਲੀਡਰਸ ਨੇ ਉਹਨਾਂ ਦੇ ਉੱਤੇ ਜ਼ਰੂਰ ਸਵਾਲ ਆ ਰਹੇ ਨੇ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਧਰਨਾ ਲਾਉਣ ਲੱਗ ਗਏ। ਦੂਸਰਾ, ਸਾਡੀ ਆਪਸੀ ਯੂਨਿਟੀ ਨਹੀਂ ਰਹੀ। ਬਹੁਤ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਬੱਚਿਆਂ ਵਾਂਗੂ ਲੜ ਰਹੇ ਹਾਂ, ਜੋ ਕਿ ਇਹ ਸਾਡੇ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ, ਕਿਉਂਕਿ ਸਰਕਾਰਾਂ ਫੁੱਟ ਪਾ ਕੇ ਸਾਡੇ ਤੇ ਰਾਜ ਕਰਨਾ ਚਾਹੁੰਦੀਆਂ। ਕਿਉਂਕਿ ਮੇਰੇ ਤੇ ਆਪ ਮੈਨੂੰ ਤਾਂ ਆਪ ਕਿਸੇ ਜਥੇਬੰਦੀ ਨੇ ਅਜੇ ਤੱਕ ਫੋਨ ਕਰਕੇ ਨਹੀਂ ਕਿਹਾ ਕਿ ਭਾਈ ਤੁਸੀਂ ਕਿਸ ਹਾਲਾਤ ਵਿੱਚ ਤੁਹਾਡਾ ਕੀ ਬਣਿਆ ਉਸ ਪਰਚੇ ਦਾ। ਸਤਿ ਸ਼੍ਰੀ ਅਕਾਲ। ਕਿਸਾਨੀ ਨੂੰ ਲੈ ਕੇ ਜੇ ਕਹੀਏ ਕਿ ਅੰਦੋਲਨ ਨੂੰ ਹਜੇ ਵੀ ਲੋਕ ਯਾਦ ਕਰਦੇ ਨੇ, ਲੋਕ ਯਾਦ ਕਰਨ ਦਾ ਤਰੀਕਾ ਬਦਲ ਗਿਆ। ਇਹੀ ਚੀਜ਼ ਦੀ ਗੱਲ ਕਰੀਏ ਤਾਂ ਜਿਵੇਂ ਤੁਹਾਨੂੰ ਪਿਛਲੀ ਕੜੀਆਂ ਦੇ ਵਿੱਚ ਦਿਖਾਇਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਸ਼ੁਰੂਆਤ 'ਚ ਚੱਲੇ ਅੱਜ ਥੋੜੇ ਨਿਰਾਸ਼ਾ ਵੱਲ ਦਿਖਦੇ ਨੇ, ਪਰ ਹਾਂ ਉਹ ਕਹਿੰਦੇ ਹੱਕਾਂ ਵਾਸਤੇ ਤਾਂ ਅਸੀਂ ਅੱਗੇ ਵੀ ਜ਼ਮੀਰਾਂ ਨੂੰ ਅੱਗੇ ਰੱਖਦੇ ਹੋਏ ਬੋਲਾਂਗੇ, ਚਾਹੇ ਜ਼ਮੀਨ ਹੋਵੇ ਚਾਹੇ ਨਾ ਹੋਵੇ। ਇਸੇ ਸਮੇਂ ਦੇ ਦੌਰਾਨ ਦੀ ਜੇ ਗੱਲ ਕਰੀਏ, ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਹੋਰ ਆ ਜਿਹਨੇ ਜੇ ਕਹੀਏ ਕਿ ਸਿੱਧਾ ਪ੍ਰਧਾਨ ਮੰਤਰੀ ਨਾਲ ਪੰਗਾ ਲਿਆ। ਉਹ ਇਸ ਕਰਕੇ ਕਹਿਣਾ ਪੈਂਦਾ ਕਿਉਂਕਿ ਰਸਤੇ ਸਾਰਿਆਂ ਦੇ ਵੱਖ-ਵੱਖ ਸੀ ਉਦੋਂ, ਪਰ ਮੰਜ਼ਿਲ ਇੱਕ ਸੀਗੀ। ਕਾਰਨ ਇਹ ਕਿ ਹਰੇਕ ਨੇ ਆਪਦੇ ਤੌਰ ਤੇ ਰਸਤਾ ਅਪਣਾਇਆ। ਹਰਪ੍ਰੀਤ ਸਿੰਘ ਨੇ ਸਾਡੇ ਨਾਲ। ਪਹਿਲੀ ਵਾਰੀ ਹਾਈਲਾਈਟ ਉਦੋਂ ਹੁੰਦੇ ਨੇ ਜਦੋਂ ਜੇ ਕਹੀਏ ਕਿ ਹਿਮਾਚਲ ਦੇ ਵਿੱਚ ਰੌਲਾ ਪੈ ਜਾਂਦਾ, ਉਹਨਾਂ ਨੂੰ ਚੱਕ ਕੇ ਲੈ ਜਾਂਦੀ ਆ ਪੁਲਿਸ। ਪਰ ਬਾਰੀ-ਬਾਰੀ ਜੇ ਕਹੀਏ ਉਦੋਂ ਬਾਅਦ 'ਚ ਇਹਨਾਂ ਨੇ ਇਹ ਵੀ ਸਿਲਸਿਲਾ ਜਾਰੀ ਰੱਖਿਆ, ਚਾਹੇ ਮੋਦੀ ਦੇ ਮਾਤਾ ਜੀ ਨੂੰ ਚਿੱਠੀ ਲਿਖਣ ਦੀ ਗੱਲ ਹੋਵੇ, ਚਾਹੇ ਗੱਲ ਹੋਵੇ ਧਰਨੇ 'ਚ ਜਾ ਕੇ ਬੈਠਣ ਦੀ। ਹਰਪ੍ਰੀਤ ਜੀ, ਦੇਖੀਏ ਸਮਾਂ ਬਹੁਤ ਬੀਤ ਗਿਆ, ਉਹ ਦੁਬਾਰੇ ਜੇ ਕਹੀਏ ਕਿ ਉਹ ਦਿਨ ਜੇ ਫੇਰ ਆ ਗਏ ਨੇ, ਪਰ ਹੁਣ ਦੇ ਸਮੇਂ 'ਚ ਫਰਕ ਆ। ਲੱਗਦਾ ਕਿ ਉਦੋਂ ਜਦੋਂ ਸ਼ੁਰੂਆਤ ਕਰੀ ਸੀਗੀ, ਕੀ ਸੋਚ ਕੇ ਸ਼ੁਰੂਆਤ ਕਰੀ ਸੀ ਮਨੋਂ? ਸਭ ਕੁਝ ਠੀਕ ਠਾਕ ਸੀ, ਤੁਹਾਨੂੰ ਤਾਂ ਲੋੜ ਵੀ ਨਹੀਂ ਸੀ, ਖੈਰ ਜੇ ਨਾ ਵੀ ਜਾਂਦੇ ਸ਼ਾਇਦ ਸੱਜ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਮਿਤ ਜੀ, ਗੱਲ ਇਹ ਹੈ ਜਦੋਂ ਸਾਡੇ ਤੇ 3 ਕਾਨੂੰਨ ਜਿਹੜੇ ਥੋਪੇ ਗਏ ਸਰਕਾਰ ਦੁਆਰਾ, ਉਸ ਸਮੇਂ ਕਿਸਾਨਾਂ ਦੀ ਜਿਹੜੀ ਹੈਗੀ ਹੈ ਇਕਜੁੱਟਤਾ ਜ਼ਰੂਰੀ ਸੀਗੀ। ਉਸ ਸਮੇਂ ਚਾਹੇ ਕੋਈ ਫੋਰਨ 'ਚ ਬੈਠਾ, ਚਾਹੇ ਕੋਈ ਬਿਜ਼ਨਸਮੈਨ ਹੈ, ਚਾਹੇ ਕੋਈ ਕਿਸੇ ਹੋਰ ਧੰਦੇ ਨਾਲ ਜੁੜਿਆ, ਸਾਰਿਆਂ ਦੀ ਇੱਕ ਸਿੰਪਥੀ ਕਿਸਾਨਾਂ ਨਾਲ ਸੀਗੀ। ਦੇਖੋ, ਮੈਂ ਬੇਸਿਕਲੀ ਤਾਂ ਕਿਸਾਨ ਹੈ, ਪਰ ਜਦੋਂ ਅਸੀਂ ਕਿਸਾਨ ਇੱਥੋਂ ਪੰਜਾਬ ਤੋਂ ਤੁਰੇ ਤੇ ਦਿੱਲੀ ਦੇ ਵਿੱਚ ਜਾ ਕੇ ਡੇਰੇ ਲਾ ਲਏ, ਉਸ ਸਮੇਂ ਸਾਨੂੰ ਨਹੀਂ ਸੀ ਪਤਾ ਅੱਗੇ ਸਾਡੇ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਅਸੀਂ ਮੱਥਾ ਲਾਇਆ ਹੋਇਆ ਸੀ ਮੋਦੀ ਸਰਕਾਰ ਨਾਲ। ਮੋਦੀ ਸਰਕਾਰ ਇੱਕ ਇਹੋ ਜਿਹੀ ਸਰਕਾਰ ਹੈ ਜਿਹੜੀ ਆਪਦੇ ਫੈਸਲਿਆਂ ਨੂੰ ਲੈ ਕੇ ਇਹ ਚਰਚਾ 'ਚ ਰਹੀ ਹੈ ਕਿ ਉਹਨਾਂ ਨੇ ਜੋ ਵੀ ਫੈਸਲਾ ਅੱਜ ਤੱਕ ਕੀਤਾ ਉਹਨਾਂ ਨੇ ਵਾਪਸ ਨਹੀਂ ਲਿਆ। ਤੇ ਉਸ ਸਮੇਂ ਹਰੇਕ ਬੰਦੇ ਦੇ ਦਿਲ ਦੇ ਵਿੱਚ ਇਹ ਇੱਕ ਚਿੰਤਾ ਸੀਗੀ ਕਿ ਕਿਸਾਨਾਂ ਦੀ ਜਿਹੜੀ ਪਹਿਲਾਂ ਹੀ ਬਦ ਤੋਂ ਬੱਤਰ ਹਾਲਤ ਹੈ, ਅਗਰ ਇਹ 3 ਕਾਲੇ ਕਾਨੂੰਨ ਵਾਪਸ ਨਹੀਂ ਕਰਾਏ ਜਾਂਦੇ ਤਾਂ ਇਹ ਕਿਸਾਨ ਦਾ ਜਿਹੜੀ ਹੈਗੀ ਦੁਰਦਸ਼ਾ ਹੋਰ ਮਾੜੀ ਹੋਣ ਵਾਲੀ ਹੈ। ਕਿਉਂਕਿ ਆਪਾਂ ਰੋਜ਼ ਅੱਜ ਵੀ ਅਖਬਾਰ ਖੋਲਦੇ ਹਾਂ ਤਾਂ ਇਹੀ ਪੜ੍ਹਦੇ ਹਾਂ ਕਿ ਕਿਸਾਨ ਨੇ ਕਰਜ਼ੇ ਥੱਲੇ ਆ ਕੇ ਵੀ ਜਿਹੜੇ ਹੈਗੇ ਸੁਸਾਈਡ ਕਰ ਲਈ। ਉਹਨਾਂ ਪਰਿਵਾਰਾਂ ਦਾ ਆਪਾਂ ਨੂੰ ਪਤਾ ਅੱਜ ਕੀ ਹਾਲਾਤ ਨੇ। ਤੋ ਮੇਰੇ ਮਨ 'ਚ ਵੀ ਇਹੀ ਆਇਆ ਕਿ ਜੇ ਅੱਜ ਕਿਸਾਨੀ ਦਾ ਸਾਥ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੈਗੇ ਨੇ ਇਹ ਜਿਹੜੀਆਂ ਸਰਕਾਰਾਂ ਨੇ ਸਾਡੇ ਨਾਲ ਹੋਰ ਵੀ ਅੱਗੇ ਜਾ ਕੇ ਧੱਕੇ ਕਰਨਗੀਆਂ, ਤਾਂ ਇਹਨਾਂ ਨੂੰ ਇੱਥੇ ਰੋਕਣਾ ਜ਼ਰੂਰੀ ਹੈ। ਜਿਸ ਸੰਦਰਭ ਦੇ ਵਿੱਚ ਮੈਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਸ਼ਿਮਲਾ ਦੇ ਵਿੱਚ ਗ੍ਰਿਫਤਾਰੀ, ਮੋਦੀ ਦੇ ਮਾਂ ਨੂੰ ਪੱਤਰ ਲਿਖਿਆ ਗਿਆ ਤੇ ਹੋਰ ਵੀ ਕਈ ਤਰੀਕਿਆਂ ਨਾਲ ਮੈਂ ਇਸ ਅੰਦੋਲਨ ਦੇ ਵਿੱਚ ਆਪਣੀ ਜਿਹੜੀ ਜਿੰਨਾ ਵੀ ਆਪਦੇ ਸਮਰੱਥਾ ਦੇ ਅਨੁਸਾਰ ਯੋਗਦਾਨ ਦੇ ਸਕਦਾ ਸੀ ਮੈਂ ਦੇਣ ਦੀ ਕੋਸ਼ਿਸ਼ ਕੀਤੀ। ਹਿਮਾਚਲ 'ਚ ਜੋ ਕੁਝ ਹੋਇਆ ਸੀਗਾ ਉਹਦੇ ਐਗਜ਼ੈਕਟਲੀ ਜੇ ਕਹੀਏ ਕਿ ਹਾਲਾਂਕਿ ਸਮਾਂ ਬੀਤ ਗਿਆ, ਤੁਹਾਡੇ ਤਾਂ ਜੇ ਕਹੀਏ ਕਿ ਮਰਦੇ ਦਮ ਤੱਕ ਯਾਦ ਰਹਿਣਾ ਵੀ ਅਸਲ ਕਰ ਅੰਦੋਲਨਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਹੁੰਦਾ ਕੀ ਆ, ਅਸਲ ਉੱਤੇ ਹੋਇਆ ਕੀ ਸੀਗਾ ਉਸ ਦਿਨ ਦੇ ਦੌਰਾਨ ਜਦੋਂ ਇੰਨੀ ਖਿੱਚਤੂ ਵੀ ਹੋਈ, ਉਹਦੇ ਵੀਡੀਓ ਵਾਇਰਲ ਹੋਏ। ਦੇਖੋ, ਅੱਜ ਲੋਕ ਕਹਿ ਦਿੰਦੇ ਨੇ ਜੀ ਉਹ ਅੰਦੋਲਨ ਜਿੱਤਿਆ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸਾਰਿਆਂ ਦੀ ਇਕਜੁੱਟਤਾ ਨਾਲ ਜਿੱਤਿਆ ਗਿਆ। ਉਹਦੇ ਵਿੱਚ ਕਿਸੇ ਵੀ ਅਸੀਂ ਇੱਕ ਚਿਹਰੇ ਨੂੰ ਕ੍ਰੈਡਿਟ ਨਹੀਂ ਦੇ ਸਕਦੇ। ਉਹਦੇ ਵਿੱਚ ਜਾਣ ਦਾ ਮੇਰਾ ਇਹ ਮਕਸਦ ਸੀਗਾ ਕਿ ਨੈਸ਼ਨਲ ਮੀਡੀਆ ਦੁਆਰਾ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ
ਇੱਥੇ ਜਿਹੜੇ ਪੰਜਾਬੀ ਆਏ ਨੇ ਜਾਂ ਪੰਜਾਬ ਤੋਂ ਕਿਸਾਨ ਆਏ ਨੇ, ਉਹ ਖਾਲਿਸਤਾਨ ਦੀ ਮੰਗ ਕਰਦੇ ਨੇ ਜਾਂ ਉਹਨਾਂ ਦੇ ਕੋਈ ਆਪਦੇ ਮੁੱਦੇ ਨੇ ਕਿ ਉਹ ਇੱਕ ਸਮੁੱਚੇ ਜਿਹੜੇ ਦੇਸ਼ ਦੇ ਕਿਸਾਨ ਦੀ ਗੱਲ ਨਹੀਂ ਕਰਨ ਲਈ ਆਏ। ਉਹ ਜੋ ਵੀ ਪ੍ਰਚਾਰ ਗਲਤ ਕੀਤਾ ਜਾ ਰਿਹਾ ਸੀ, ਮੈਨੂੰ ਸੀਗਾ ਕਿ ਇਸ ਪ੍ਰਚਾਰ ਨੂੰ ਲੋਕਾਂ ਤੱਕ ਜਿਹੜੀ ਸਾਡੀ ਸਹੀ ਆਵਾਜ਼ ਜ਼ਰੂਰ ਪਹੁੰਚਣੀ ਚਾਹੀਦੀ ਹੈ। ਤਾਂ ਉਹ ਉਸ ਸੰਦਰਭ ਦੇ ਵਿੱਚ ਫਿਰ ਮੈਂ ਪੂਰੇ ਦੇਸ਼ ਦੀਆਂ ਕੈਪੀਟਲ ਤੇ ਯੂਨਿਟ ਟੈਰੀਟਰੀ ਦੇ ਵਿੱਚ ਮੈਂ ਜਾਣ ਦਾ ਪਲਾਨ ਕੀਤਾ ਸੀ। ਉੱਥੇ ਜਾ ਕੇ ਮੇਰਾ ਇਰਾਦਾ ਸੀਗਾ ਕਿ ਮੈਂ ਮੀਡੀਆ ਨੂੰ ਤੇ ਲੋਕਾਂ ਨੂੰ ਜਾ ਕੇ ਦੱਸਾਂ ਕਿ ਉੱਥੇ ਜੋ ਵੀ ਕਿਸਾਨ ਬੈਠੇ ਨੇ ਉਹ ਅਸਲ ਕਿਸਾਨ ਨੇ, ਉਹ ਜਿਹੜੇ ਹੈਗੇ ਨੇ ਸਿਰਫ ਕਿਸਾਨੀ ਦੀ ਗੱਲ ਕਰਨ ਲਈ ਆਏ ਨੇ, ਨਾ ਕੋ ਆਪਦੇ ਖਾਲਿਸਤਾਨ ਦੇ ਮੁੱਦੇ ਦੀ ਗੱਲ ਕਰਨ ਆਏ, ਨਾ ਕੋ ਉਹਨਾਂ ਦਾ ਹੋਰ ਇਹਦੇ ਪਿੱਛੇ ਇਸ਼ੂ ਹੈ। ਉਹਦੇ ਪਿੱਛੇ ਸਿਰਫ ਤੋਂ ਸਿਰਫ ਗੱਲ ਇਹ ਸੀਗੀ ਕਿਸਾਨ ਦੀ ਜਿਹੜੀ ਦੁਰਦਸ਼ਾ ਹੈ ਸਾਡੇ ਦੇਸ਼ ਦੇ ਵਿੱਚ, ਆਪਾਂ ਸਾਰੇ ਜਾਣਦੇ ਹਾਂ ਕਿ 65-70% ਕਿਸਾਨ ਹੈ ਜਿਹੜਾ ਕਿ ਬਹੁਤ ਬੁਰੇ ਹਾਲਾਤ ਦੇ ਵਿੱਚ ਹੈ, ਤੇ ਉਹਨੂੰ ਜਿਹੜਾ ਹੈਗਾ ਇਸ ਹਾਲਾਤ ਦੇ ਵਿੱਚੋਂ ਕੱਢਣਾ ਅਤੀ ਜ਼ਰੂਰੀ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿੰਨੇ ਵੀ ਬਿਜ਼ਨਸਮੈਨ ਹੈ ਉਹਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਜਾਂਦੇ ਆ, ਪਰ ਕਿਸਾਨ ਦੇ ਉੱਤੇ ਬਹੁਤ ਛੋਟਾ ਕਰਜ਼ਾ ਹੈ ਉਹ ਮਾਫ ਨਹੀਂ ਕੀਤਾ ਜਾ ਰਿਹਾ। ਤੇ ਉਸ ਵਿਸ਼ੇ ਦੇ ਵਿੱਚ ਫਿਰ ਮੈਂ ਜਿਹੜੀ ਹੈਗੀ ਆਪਣੀ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਲਈ ਮੈਂ ਸ਼ਿਮਲਾ ਦੇ ਵਿੱਚ ਗਿਆ, ਜਿੱਥੇ ਆਪਾਂ ਤੁਸੀਂ ਸਾਰਿਆਂ ਨੇ ਦੇਖਿਆ ਮੀਡੀਆ ਦੇ ਵਿੱਚ ਕਿ ਸਾਨੂੰ ਉੱਥੇ ਸਿਰਫ ਸ਼ਾਂਤਮਈ ਢੰਗ ਨਾਲ ਸੀ ਆਪਣੇ ਬੋਰਡ ਲੈ ਕੇ ਖੜਨਾ ਸੀ ਤੇ ਸਾਨੂੰ ਨਹੀਂ ਖੜਨ ਦਿੱਤਾ ਗਿਆ। FIR ਹੋਈ ਸਾਡੇ ਤੇ ਇਹ ਇੱਕ ਡੈਮੋਕ੍ਰੇਸੀ ਦਾ ਕਾਨ ਕੀਤਾ ਗਿਆ, ਕਿਉਂਕਿ ਇਹ ਗੱਲ ਬੜੀ ਦਰਸ਼ਕਾਂ ਨੂੰ ਸਮਝਣੀ ਜ਼ਰੂਰੀ ਹੈ। ਸਾਡੇ ਦੇਸ਼ ਦੇ ਵਿੱਚ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਡੈਮੋਕ੍ਰੇਸੀ ਹੈ, ਪਰ ਅੱਜ ਜਿਹੜੀ ਸਰਕਾਰ ਦਾ ਰਵੱਈਆ ਹੈ ਉਹ ਇਹੀ ਹੈ ਕਿ ਜੋ ਉਹਨਾਂ ਨੂੰ ਗੱਲਾਂ ਠੀਕ ਲੱਗਦੀਆਂ ਉਹੀ ਕਰਨ ਦੇ ਰਹੇ ਨੇ। ਚਾਹੇ ਉਹ ਹੁਣ ਮੀਡੀਆ ਦੇ ਵੀ ਸਵਾਲ ਬਹੁਤ ਉੱਠ ਰਹੇ ਨੇ ਕਿ ਮੀਡੀਆ ਵੀ ਆਪਣਾ ਜਿਹੜਾ ਸਹੀ ਰੋਲ ਨਹੀਂ ਨਿਭਾ ਰਿਹਾ। ਆਪਾਂ ਇੱਕ ਇਸ ਅੰਦੋਲਨ ਨੂੰ ਵੀ ਕਹਿ ਦਈਏ ਜੀ, ਅਗਰ ਪੰਜਾਬ ਦਾ ਜਿਹੜਾ ਲੋਕਲ ਮੀਡੀਆ ਨਾ ਹੁੰਦਾ ਤੇ ਅੰਦੋਲਨ ਕਦੇ ਵੀ ਨਾ ਜਿੱਤਿਆ ਜਾ ਸਕਦਾ। ਤੇ ਸੋ ਮੇਰੀ ਜਿਹੜੀ ਉੱਥੇ ਸ਼ਹਿਰ ਜਾਣ ਦਾ ਮਕਸਦ ਸਿਰਫ ਇਹੀ ਸੀ, ਕਿਸਾਨਾਂ ਦੀ ਆਵਾਜ਼ ਪਹੁੰਚਾਉਣਾ, ਜੋ ਮੀਡੀਆ ਦੁਆਰਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਨੂੰ ਜਾ ਕੇ ਦੁਰਸਤ ਕਰਨਾ। ਇਹ ਲੱਗਿਆ ਨਹੀਂ ਉਦੋਂ ਚਿਤਕਾਉਂ ਨਹੀਂ ਕਰਿਆ ਕਿ ਆਖਰਕਾਰ ਕਿਤੇ ਇਹ ਪੰਗਾ ਕਿਤੇ ਵੱਡੀ ਖੜਾ ਨਾ ਹੋ ਜਾਏ? ਕਿਉਂਕਿ ਜਦੋਂ ਉੱਥੇ ਜਿਵੇਂ ਦੇਖੀਏ ਕਿ ਕੱਲਾ ਠੀਕ ਅੰਦੋਲਨ ਤਾਂ ਉੱਥੇ ਚੱਲ ਰਿਹਾ ਸੀ, ਉੱਥੇ ਤਾਂ ਸਰਕਾਰ ਵੀ ਸੋਚਦੀ ਸੀ 2 ਟਾਈਮ, ਪਰ ਜਿਵੇਂ ਇੱਥੇ ਜਾ ਕੇ ਤੁਸੀਂ ਉਹ ਕਰਿਆ ਉਸ ਸਮੇਂ ਕਿਹੜਾ ਸੋਚਿਆ ਨਹੀਂ ਹੈਗਾ ਵੀ ਆਪਾਂ ਨੂੰ ਕੀ ਲੋੜ ਹੈ ਕਿ ਆਪਾਂ ਦੁਬਾਰੇ ਪਿੱਛੇ ਪੈਰ ਖਿੱਚ ਰਹੀ ਹੈ ਆਪਦੀ? ਉਦੋਂ ਬਾਅਦ ਵੀ ਫਿਰ ਤੁਸੀਂ ਚਿੱਠੀਆਂ ਲਿਖੀ ਗਏ। ਸੁਮਿਤ ਜੀ, ਇਹ ਤੁਹਾਡਾ ਬਹੁਤ ਇੰਪੋਰਟੈਂਟ ਤੇ ਬਹੁਤ ਅੱਜ ਦੇ ਸੰਦਰਭ ਦੇ ਵਿੱਚ ਬਹੁਤ ਅਹਿਮ ਸਵਾਲ ਹੈ, ਕਿਉਂਕਿ ਸਰਕਾਰਾਂ ਬਹੁਤ NIA ਦੇ ਪਰਚੇ, ED ਦੇ ਪਰਚੇ, ਆਪਾਂ ਸਾਰੇ ਜਾਣਦੇ ਹਾਂ ਕਿ ਹਰੇਕ ਆਵਾਜ਼ ਉਠਾਉਣ ਵਾਲੇ ਨੂੰ ਇਹ ਅੱਜ 1000 ਵਾਰ ਸੋਚਣਾ ਪੈਂਦਾ ਕਿ ਮੈਂ ਕਿਹੜੀ ਗੱਲ ਕਰਾਂ ਤੇ ਕਿਹੜੀ ਨਾ ਕਰਾਂ, ਕਿਉਂਕਿ ਸਰਕਾਰਾਂ ਦਾ ਜਿਹੜਾ ਏਜੰਸੀਆਂ ਦਾ ਜਿਹੜਾ ਹੈਗਾ ਆਮ ਪਬਲਿਕ ਤੇ ਕਿਸੇ ਵੀ ਬੋਲਣ ਵਾਲੇ ਤੇ ਦਬਾਅ ਰਹਿੰਦਾ ਹੈ। ਸਾਨੂੰ ਵੀ ਇਹੀ ਡਰ ਸੀਗਾ ਕਿ ਅਗਰ ਅਸੀਂ ਕੁਝ ਇਦਾਂ ਦਾ ਕਰਦੇ ਹਾਂ ਤਾਂ ਸਰਕਾਰ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੰਗ ਕਰ ਸਕਦੀ ਹੈ, ਜੋ ਕਿ ਅੱਗੇ ਜਾ ਕੇ ਹੋਇਆ ਵੀ। ਪਰ ਪਿੱਛੇ ਸਾਡੇ ਗੁਰੂਆਂ ਦੀਆਂ ਜਾਂ ਸਾਡੇ ਇਤਿਹਾਸ ਦੀਆਂ ਵੈਲਿਊਏਬਲ ਸਾਡੇ ਕੋਲ ਸਿੱਖਿਆਵਾਂ ਵੀ ਹੈਗੀਆਂ। ਜਿਵੇਂ ਆਪਾਂ ਜਾਣਦੇ ਹਾਂ ਕਿ ਆਪਾਂ ਉਸ ਕੌਮ ਨੂੰ ਬਿਲੋਂਗ ਕਰਦੇ ਹਾਂ ਕਿ ਸਾਡਾ ਚਾਹੇ ਬੰਦ ਕੱਟਿਆ ਜਾਏ ਤੇ ਅਨਿਆਂ ਦੇ ਖਿਲਾਫ ਜਿਹੜੀ ਹੈਗੀ ਆ ਸਿੱਖ ਪੰਜਾਬੀ ਜਿਹੜੇ ਹੈਗੇ ਹਮੇਸ਼ਾ ਲੜਦੇ ਰਹੇ ਆ, ਚਾਹੇ ਉਹ ਆਜ਼ਾਦੀ ਦੀ ਗੱਲ ਹੈ, ਆਜ਼ਾਦੀ ਤੋਂ ਪਹਿਲਾਂ ਵੀ ਆਪਾਂ ਸਿੱਖਾਂ ਨੇ ਪੰਜਾਬੀਆਂ ਨੇ ਉੱਥੇ ਕੁਰਬਾਨੀਆਂ ਕੀਤੀਆਂ। ਤਾਂ ਠੀਕ ਆ, ਉਹ ਵੀ ਇੱਕ ਸਵਾਲ ਤਾਂ ਸੀਗੇ, ਘਰ ਵਾਲੇ ਵੀ ਦੋਸਤ ਮਿੱਤਰ ਵੀ ਕਹਿੰਦੇ ਸੀ ਕਿ ਤੁਸੀਂ ਉਸ ਹਿਸਾਬ ਨਾਲ ਚੱਲੋ ਕਿ ਸਰਕਾਰ ਦਾ ਬਹੁਤ ਪ੍ਰੈਸ਼ਰ ਆ ਸਕਦਾ ਹੈ, ਬਟ ਫਿਰ ਅਸੀਂ ਉਸ ਚੀਜ਼ ਨੂੰ ਨਹੀਂ ਸੋਚਿਆ ਸੀ, ਸਿਰਫ ਗੁਰੂਆਂ ਦੀ ਸਿੱਖਿਆਵਾਂ ਨੂੰ ਹੀ ਆਪਦੇ ਨਾਲ ਲੈ ਕੇ ਚੱਲੇ ਤੇ ਉਹ ਬਸ ਅਸੀਂ ਵਾਧਾ ਘਾਟਾ ਨਹੀਂ ਸੋਚਿਆ। ਪਰ ਇੱਕ ਚੀਜ਼ ਅੱਜ ਜਦੋਂ ਬਹੁਤੇ ਲੋਕਾਂ ਨਾਲ ਮੇਰੇ ਉਸੇ ਸਮੇਂ ਦੇ ਦੌਰਾਨ ਦੇ ਲੋਕਾਂ ਨਾਲ ਜਿਨ੍ਹਾਂ ਨਾਲ ਕੋਈ ਗੱਲਾਂ ਬੀਤੀਆਂ ਜਾਂ ਜਿਹੜੇ ਬੰਦਿਆਂ ਨੇ ਔਖਾਈ ਕੱਟੀ, ਕਈਆਂ ਤੇ ਪਰਚੇ ਹੋਏ, ਗੱਲ ਕਰਦੇ ਆ ਅੱਜ ਦੀ ਕਿਸਾਨੀ ਜਿਹੜੇ ਕਹੀਏ ਕਿ ਕਿਸਾਨ ਗਰੁੱਪਸ ਜਾਂ ਕਹੀਏ ਕਿ ਕਿਸਾਨ ਯੂਨੀਅਨ ਨੂੰ ਲੈ ਕੇ ਬਹੁਤੇ ਖੁਸ਼ ਨਹੀਂ ਗਏ ਉਹ ਦਿਖਾਈ ਦੇ ਰਹੇ। ਉਹ ਕਹਿੰਦੇ ਉਦੋਂ ਤਾਂ ਆਉਂਦੇ ਸੀਗੇ, ਉਦੋਂ ਅਸੀਂ ਕਹਿੰਦੇ ਫੰਡ ਵੀ ਇਕੱਠੇ ਕਰਕੇ ਦਿੰਦੇ ਰਹੇ, ਬਥੇਰੇ ਖੁਸ਼ ਸੀਗੇ, ਪਰ ਬਾਅਦ ਚ ਕਹਿੰਦੇ ਜਦੋਂ ਸਾਨੂੰ ਲੋੜਾਂ ਪਈਆਂ ਜਾਂ ਸਾਡਾ ਜੇ ਕਹਿੰਦੇ ਹੁੰਦੇ ਵੀ ਕੋਈ ਮੁੱਲ ਨਹੀਂ ਕਿ ਉਤਾਰਿਆ ਹੈਗਾ, ਨਾ ਹੀ ਸਾਨੂੰ ਜਿਹੜਾ ਉਹਨਾਂ ਨੇ ਕੋਈ ਪੁੱਛਿਆ। ਹੁਣ ਲੱਗਦਾ ਵੀ ਜਿਹੜੀ ਕਿਸਾਨੀ ਤੇ ਯੂਨੀਅਨਾਂ ਦੀ ਤਸਵੀਰ ਹੁਣ ਦਿਖਦੀ ਆ, ਮੁੱਖ ਮੰਤਰੀ ਤੱਕ ਕਮੈਂਟ ਕਰ ਦਿੰਦੇ ਨੇ, ਲੋਕ ਇਹ ਗੱਲ ਕਹਿੰਦੇ ਨੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਦੇ ਹੋ? ਲੱਗਦਾ ਵੀ ਉਹ ਕਿਸਾਨੀ ਅੰਦੋਲਨ ਤੇ ਆ ਕਿਸਾਨਾਂ ਯੂਨੀਅਨਾਂ ਦਾ ਕੀ ਰੋਲ ਆ ਗਿਆ? ਦੇਖੋ, ਇਹਦੇ ਵਿੱਚ ਮੈਂ ਬਹੁਤ ਡਿਸਪੁਆਇੰਟਡ ਹੋਇਆ, ਕਿਉਂਕਿ ਆਪਾਂ ਜਿਸ ਯੂਨਿਟੀ ਨਾਲ, ਜਿਸ ਸ਼ਿੱਦਤ ਦੇ ਨਾਲ ਉਹ ਅੰਦੋਲਨ ਲੜਿਆ ਗਿਆ ਤੇ ਉਹਦੇ ਵਿੱਚ ਸਾਡੀ ਇੱਕ ਬਹੁਤ ਹੰਕਾਰੀ ਸਰਕਾਰ ਦੇ ਉੱਪਰ ਜਿੱਤ ਵੀ ਅਸੀਂ ਪ੍ਰਾਪਤ ਕੀਤੀ, ਪਰ ਅੱਜ ਜਿਹੜਾ ਕਿਤੇ ਨਾ ਕਿਤੇ ਸਾਡੇ ਕਿਸਾਨ ਲੀਡਰਸ ਨੇ ਉਹਨਾਂ ਦੇ ਉੱਤੇ ਜ਼ਰੂਰ ਸਵਾਲ ਆ ਰਹੇ ਨੇ ਕਿ ਅਸੀਂ ਛੋਟੀ-ਛੋਟੀ ਗੱਲਾਂ ਤੇ ਇੱਕ ਧਰਨਾ ਲਾਉਣ ਲੱਗ ਗਏ ਹਾਂ। ਦੂਸਰਾ, ਸਾਡੀ ਆਪਸੀ ਯੂਨਿਟੀ ਨਹੀਂ ਰਹੀ, ਬਹੁਤ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਬੱਚਿਆਂ ਵਾਂਗੂ ਲੜ ਰਹੇ ਹਾਂ, ਜੋ ਕਿ ਇਹ ਸਾਡੇ ਲਈ ਬਹੁਤ ਘਾਤਕ ਸਿੱਧ ਹੋਣ ਵਾਲਾ ਹੈ, ਕਿਉਂਕਿ ਸਰਕਾਰਾਂ ਫੁੱਟ ਪਾ ਕੇ ਸਾਡੇ ਤੇ ਰਾਜ ਕਰਨਾ ਚਾਹੁੰਦੀਆਂ। ਸਾਨੂੰ ਸਾਰਿਆਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ। ਸਾਡੇ ਜਿਹੜੇ ਅੰਦੋਲਨ ਹੈ, ਅੰਦੋਲਨ ਉਸ ਗੱਲ ਤੇ ਹੀ ਲੜੇ ਜਾਣੇ ਚਾਹੀਦੇ ਨੇ ਜਿਸ ਲਈ ਲੜਿਆ ਜਾਣਾ ਚਾਹੀਦਾ, ਕਿਉਂਕਿ ਇਦਾਂ ਨਹੀਂ ਹੁੰਦਾ ਕਿ ਆਪਾਂ ਛੋਟੀ ਜਿਹੀ ਗੱਲ ਪਿੱਛੇ ਕਿਤੇ ਵੀ ਆਪਾਂ ਜਾ ਕੇ ਆਪਦਾ ਜਿਹੜਾ ਹੈਗਾ ਵਿਛਾ ਲੈਂਦੇ ਆ ਤੇ ਉੱਥੇ 10 ਬੰਦੇ ਇਕੱਠੇ ਹੋ ਕੇ ਜਿੰਦਾਬਾਦ ਮੁਰਦਾਬਾਦ ਕਰਦੇ ਆ, ਉਹਦੇ ਨਾਲ ਆਮ ਪਬਲਿਕ ਵੀ ਹਰਾਸ ਹੁੰਦੀ ਹੈ ਤੇ ਉਹਦੇ ਨਾਲ ਸਾਡੀ ਇਮੇਜ ਵੀ ਖਰਾਬ ਹੋ ਰਹੀ ਹੈ।
ਸੋ ਮੇਰੀ ਤਾਂ ਸਭ ਨੂੰ ਜਿਹੜੀਆਂ ਤੁਹਾਡਾ ਸਵਾਲ ਆ ਉਹਦੇ ਵਿੱਚ ਇਹੀ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਬਹੁਤ ਸੋਚ ਸਮਝ ਕੇ ਅੰਦੋਲਨ ਲੜਨਾ ਚਾਹੀਦਾ, ਕਿਤੇ ਵੀ ਅਸੀਂ ਅੰਦੋਲਨ ਕਰਦੇ ਹਾਂ, ਕਿਉਂਕਿ ਕਿਸਾਨ ਦੀ ਹਾਲਤ ਤਾਂ ਅੱਜ ਵੀ ਠੀਕ ਨਹੀਂ ਹੈ। ਕਿਸਾਨ ਤਾਂ ਅੱਜ ਵੀ ਉਹਨਾਂ ਮੁਸੀਬਤਾਂ ਨਾਲ ਲੜ ਰਿਹਾ ਜੋ ਸਾਲ ਪਹਿਲਾਂ ਲੜ ਰਿਹਾ ਸੀ। ਅਸੀਂ ਠੀਕ ਹੈ 3 ਲਾਅ ਵਾਪਸ ਕਰਾਉਣ ਦੇ ਵਿੱਚ ਤਾਂ ਕਾਮਯਾਬ ਹੋਏ ਆ, ਬਟ ਕਰਜ਼ੇ ਦਾ ਮੁੱਦਾ, ਪਾਣੀ ਦਾ, ਜੋ ਸਾਡੇ ਹੈਗੇ ਆ ਛੋਟੇ ਛੋਟੇ ਹੋਰ ਬਹੁਤ ਸਾਰੀਆਂ ਮਸ਼ੀਨਰੀ ਹੈਗੀ ਹੈ, ਹੋਰ ਆਪਾਂ ਦੇਖਿਆ ਜੋ ਪਰਾਲੀ ਸਾੜੀ ਜਾਂਦੀ ਆ ਉਹਦੇ ਮੁੱਦੇ, ਉਹ ਅੱਜ ਤੱਕ ਵੀ ਸਟਿਲ ਸਾਡੇ ਵਿੱਚ ਹੈਗੇ ਨੇ, ਕਿਉਂਕਿ ਸਾਨੂੰ ਮੁੱਲ ਜਿਹੜੇ ਹੈਗੇ ਆ ਝੋਨੇ ਕਣਕ ਤੋਂ ਇਲਾਵਾ ਹੋਰ ਬਾਕੀਆਂ ਫਸਲਾਂ ਦੇ ਮੁੱਲ ਨਹੀਂ ਮਿਲਦੇ। MSP ਹੈਗਾ, ਬਹੁਤ ਸਾਰੇ ਪਰਚੇ ਹੈਗੇ ਜਿਹੜੇ ਹਜੇ ਇੱਕ ਸਰਕਾਰ ਦੁਆਰਾ ਰੱਦ ਕੀਤੇ ਜਾਣੇ ਆ, ਕਿਉਂਕਿ ਮੇਰੇ ਤੇ ਆਪ ਹੈ, ਮੈਨੂੰ ਤਾਂ ਆਪ ਕਿਸੇ ਜਥੇਬੰਦੀ ਨੇ ਅਜੇ ਤੱਕ ਫੋਨ ਕਰਕੇ ਨਹੀਂ ਕਿਹਾ ਕਿ ਭਾਈ ਤੁਸੀਂ ਕਿਸ ਹਾਲਾਤ ਵਿੱਚ, ਤੁਹਾਡਾ ਕੀ ਬਣਿਆ ਉਸ ਪਰਚੇ ਦਾ। ਸੋ ਇਹ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰੀਆਂ ਸਾਡੇ ਤੇ ਜ਼ਿੰਮੇਵਾਰੀਆਂ ਨੇ, ਤੇ ਇਸ ਜਥੇਬੰਦੀਆਂ ਨੂੰ ਇਹਨਾਂ ਜ਼ਿੰਮੇਵਾਰੀਆਂ ਤੋਂ ਨੂੰ ਇਕਜੁੱਟ ਹੋ ਕੇ ਇੱਕ ਬਹੁਤ ਇੰਟੈਲੈਕਚੁਅਲ ਤਰੀਕੇ ਨਾਲ ਲੜਨਾ ਚਾਹੀਦਾ। ਤਾਂ ਮਿਹਣੋ ਮਿਹਣੀ ਹੁੰਦੇ ਦਿਖਦੇ ਨੇ ਕਈ ਵਾਰੀ। हाँ बिल्कुल, बहुत सारे मेहनो मेहनी के पैसे वो खा गया जी, मेरे को नहीं, वो कहता मैं हिसाब दे देना जी। एक बहुत मतलब देखो विदेशों के विचों बहुत सारे लोगों ने आपकी कीमती पैसा जिहड़ा कि उन्होंने मेहनत नाल कमाया हुंदा वो उन्होंने दान दिता। सो उस पैसे की पूरी ट्रांसपेरेंसी होनी चाहिए है। कोई भी गल हैगी वो सोच समझ के ਲੀਡਰਸ ਨੂੰ ਇੱਕ ਦੂਸਰੇ ਤੇ ਕਰਨੇ ਚਾਹੀਦੀ ਹੈ। ਜੋ ਇਹਨਾਂ ਦਾ ਮਾਣ ਇਹਨਾਂ ਨੂੰ ਪਬਲਿਕ ਨੇ ਦਿੱਤਾ ਹੈ ਉਹ ਮਾਣ ਨੂੰ ਇਹਨਾਂ ਨੂੰ ਰੱਖਣਾ ਚਾਹੀਦਾ ਹੈ, ਤਾਂ ਜੋ ਅੱਗੇ ਤੋਂ ਕੋਈ ਵੀ ਸਾਨੂੰ ਮੁਸੀਬਤ ਪੈਂਦੀ ਹੈ ਤਾਂ ਸਾਡੇ ਨਾਲ ਆਵਾਮ ਖੜੀ ਹੋਵੇ, ਸਾਡੇ ਨਾਲ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਮੈਂਬਰਸ ਭਰਾ ਸਾਡੇ ਰਹਿੰਦੇ ਨੇ ਉਹ ਸਾਡੀ ਜਿਹੜੀ ਹੈਗੀ ਮਦਦ ਕਰਦੇ ਰਹਿਣ। ਹੁਣ ਅੱਗੇ ਇਹਨਾਂ ਦੇ ਹੱਥ ਵਾਸੇ ਜੀ ਇਹ ਕਿੱਦਾਂ ਦਾ ਬਿਹੇਵ ਕਰਦੇ ਨੇ। ਬਿਲਕੁਲ, ਕਿਉਂਕਿ ਉਸ ਸਮੇਂ ਦੇ ਜੇ ਦੇਖਿਆ ਜਾਵੇ ਜ਼ਿਆਦਾਤਰ ਲੋਕਾਂ ਦਾ ਐਕਸਪੀਰੀਅੰਸ ਇਹ ਰਿਹਾ ਕਿ ਆਖਰ ਇਹ ਤਾਂ ਠੀਕ ਹੈ ਕਿ ਅਸੀਂ ਜਿਹਨੂੰ ਕਹਿੰਦੇ ਸੀ ਵੀ ਮੁੜਦਾ ਨਹੀਂ ਪਿੱਛੇ, ਉਹਨੂੰ ਤਾਂ ਪਿੱਛੇ ਮੋੜ ਲਿਆ, ਪਰ ਹਾਲਾਤ ਇਹ ਹੋ ਗਏ ਕਿ ਜਿਹੜੇ ਅੱਗੇ ਤੁਰੇ ਜਾਂਦੇ ਸੀ ਕਿ ਉਹ ਵੀ ਪਿੱਛੇ ਮੁੜ ਲਏ। ਕਿਸਾਨੀ ਅੰਦੋਲਨ ਵੇਲੇ ਸਾਰੇ ਇਕੱਠੇ ਹੋ ਗਏ, ਉਸੇ ਚੀਜ਼ ਦੀ ਜੇ ਦੇਖਿਆ ਜਾਵੇ ਲੋਕਾਂ ਨੇ ਵੀ ਕਦਰ ਕਰੀ, ਲੋਕਾਂ ਨੇ ਪਿਆਰ ਵੀ ਦਿੱਤਾ ਤੇ ਨਾਲ ਨਾਲ ਆਪਦੀ ਕਿਰਤ ਚੋਂ ਹਿੱਸਾ ਵੀ ਦਿੱਤਾ। ਪਰ ਦੂਜੇ ਪਾਸੇ ਹਾਲਾਤ ਹੁਣ ਇਹ ਨੇ ਕਿ ਅੱਜ ਜਦੋਂ ਹਾਲਾਤ ਦੇਖਦੇ ਆਂਗੇ ਕਿ ਕਿਸਾਨ ਯੂਨੀਅਨਾਂ ਨੂੰ ਲੈ ਕੇ ਕਮੈਂਟਿੰਗ ਹੁੰਦੀ ਹੈ ਜਾਂ ਫਿਰ ਮਿਹਣੋ ਮਿਹਣੀ ਹੁੰਦੇ ਨੇ, ਉਦੋਂ ਬਾਅਦ ਉਹ ਕਹਿੰਦੇ ਤਕਲੀਫਾਂ ਜ਼ਰੂਰ ਹੁੰਦੀਆਂ ਨੇਗੀਆਂ, ਕਿਉਂਕਿ ਬਾਅਦ ਦੇ ਵਿੱਚ ਕਿਸਾਨ ਯੂਨੀਅਨਾਂ ਲੋਕਾਂ ਨੂੰ ਇਕੱਠੇ ਤਾਂ ਕਰਦੇ ਰਹਿ ਗਈਆਂ, ਪਰ ਬਾਅਦ ਦੇ ਵਿੱਚ ਹਾਲਾਤ ਕਿਸੇ ਦੇ ਨਹੀਂ ਜਾਣੇ ਕਿ ਕੋਈ ਚੰਗਾ ਜਾਂ ਫਿਰ ਦੁਖੀ ਹੈ। ਆਪਦੇ ਕੰਮਾਂ ਦੇ ਵਿੱਚ ਉਲਝਦੇ ਹੋਏ ਉਹਨਾਂ ਨੇ ਲੜਾਈਆਂ ਤਾਂ ਛੇੜਦੀਆਂ, ਏਕਤਾ ਭੁੱਲ ਗਏ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।